ਜਿੱਦਾਂ ਕਿ ਸਾਨੂੰ ਅੱਜ ਦੇ ਵਕਤ ਦੇ ਅੰਦਰ ਸਮੇਂ ਅੰਦਰ ਦੁਨੀਆ ਦੇ ਅੰਦਰ ਬੜੀ ਜਿਹੜੀ ਭਰਮਣਾ ਫੈਲ ਰਹੀ ਹੈ, ਬੜੀ ਭਰਮਿਤ ਹੋ ਰਹੀ ਹੈ ਕਿ ਅਸਲ 'ਚ ਸੱਚ ਹੈ ਕਿਆ। ਆਪਾਂ ਪਰਮੇਸ਼ਰ ਤੋਂ ਦੂਰ ਕਿਉਂ ਆ? ਸਾਨੂੰ ਪਰਮਾਤਮਾ ਮਿਲਦਾ ਕਿਉਂ ਨਹੀਂ? ਸਾਨੂੰ ਕਿਉਂ ਭਰਮਾਇਆ ਗਿਆ? ਕਿਹਨਾਂ ਲੋਕਾਂ ਨੇ ਭਰਮਾਇਆ ਗਿਆ? ਉਹ ਕਿਹੜੇ ਇਨਸਾਨ ਨੇ ਜਿਹੜੇ ਦੇ ਗੁਰੂ ਬਣ ਕੇ ਬੈਠੇ ਨੇ ਅਤੇ ਲੋਕਾਂ ਨੂੰ ਭਰਮਾ ਰਹੇ ਨੇ? ਪਰਮੇਸ਼ਰ ਤੋਂ ਨਜ਼ਦੀਕ ਲਿਆਉਣ ਦੀ ਜਗ੍ਹਾ ਉਲਟਾ ਦੂਰ ਕਰ ਰਹੇ ਨੇ। ਕਿਹਨਾਂ ਬੰਦਿਆਂ ਦੀ ਸਾਜ਼ਿਸ਼ ਹੈ ਇਹ? ਕਿਹੜੇ ਬੰਦੇ ਨੇ ਜੋ ਇਨਸਾਨੀਅਤ ਤੱਕ ਘਾਤ ਕਰਨਾ ਚਾਹੁੰਦੇ ਨੇ? ਬਹੁਤ ਐਸੇ ਇਨਸਾਨ ਨੇ ਜੋ ਕਿ ਕਿਸੇ ਦਾ ਭਲਾ ਨਹੀਂ ਚਾਹੁੰਦੇ, ਬੁਰਾ ਹੀ ਬੁਰਾ ਚਾਹੁੰਦੇ ਨੇ। ਜੀਵ ਤੜਫਦਾ ਫਿਰਦਾ ਹੈ ਕਿਸ ਵਾਸਤੇ? ਕਿ ਮੇਰਾ ਇੱਥੇ ਜਨਮ ਮਰਨ ਖਤਮ ਹੋ ਜਾਏ, ਮੈਂ 84 ਤੋਂ ਬਾਹਰ ਹੋ ਜਾਊਂ, ਮੇਰੀ ਇਹ ਜਨਮ ਮ੍ਰਿਤਿੂ ਨਾ ਹੋਏ, ਇਸ ਨੂੰ ਪਾਰ ਕਰ ਦੂੰ। ਪਰ ਜਦ ਇਹ ਜੀਵ ਇਸ ਮੁਕਤੀ ਮੋਕਸ਼ ਦੇ ਰਸਤੇ 'ਤੇ ਚੱਲਦਾ ਹੈ, ਦੋਸਤੋ, ਇਸ ਨੂੰ ਫਸਾਉਣ ਵਾਲੇ ਮਹਾਂ ਠੱਗ ਬੜੇ ਬੜੇ ਪਾਪੀ ਬੈਠੇ ਨੇ। ਮੈਂ ਅੱਜ ਤੱਕ ਇਹੋ ਜਿਹੇ ਸ਼ਬਦਾਂ ਦਾ ਕਦੇ ਬਿਆਨ ਨਹੀਂ ਕੀਤਾ, ਬੋਲੇ ਨਹੀਂ, ਪਰ ਮੈਂ ਹਿਰਦੇ ਦੁਖੀ ਹੋ ਕੇ ਬੋਲਣੇ ਪੈ ਰਹੇ ਨੇ ਕਿ ਇਹਨਾਂ ਲੋਕਾਂ ਨੇ, ਇਹਨਾਂ ਗੁਰੂਆਂ ਨੇ, ਪਰੰਪਰਾ ਨੇ, ਜਿਹਨੇ ਗੁਰੂ ਪਰੰਪਰਾ ਚਲਾ ਰੱਖੀ ਆ, ਗੁਰੂ ਪ੍ਰਥਾ ਚਲਾ ਰੱਖੀ ਆ, ਇਹਨਾਂ ਲੋਕਾਂ ਨੇ ਜੀਵ ਨੂੰ ਫਸਾ ਕੇ ਰੱਖਿਆ ਹੋਇਆ। ਸਿਰਫ ਕਾਰਨ ਇਹ ਕਿ ਆਪਣੀ ਮਨ ਵਡਿਆਈ ਕਰਕੇ, ਪੈਸਾ ਕਮਾਉਣ ਵਾਸਤੇ, ਐਸ਼ ਆਰਾਮ ਕਰਨ ਵਾਸਤੇ, ਆਪਣੇ ਪੈਰ ਕਟਵਾਉਣੇ ਕਰਕੇ, ਆਪਣੇ ਮਾਲਸਣਾ ਕਰਾਉਣੇ ਕਰਕੇ, ਪੈਸਾ ਇਕੱਠਾ ਕਰਨ ਕਰਕੇ, ਮੇਰੀ ਵਾਹ ਵਡਿਆਈ ਇਸ ਕਰਕੇ ਜੀਵ ਨਰਕ 'ਚ ਜਾਏ, ਧੋਖੇ 'ਚ ਜਾਏ। ਉਸ ਦੇ ਨਾਲ ਇਹਦਾ ਕੋਈ ਮਤਲਬ ਨਹੀਂ, ਉਹਨੂੰ ਕੋਈ ਲੈਣਾ ਦੇਣਾ ਨਹੀਂ, ਸਿਰਫ ਇਹਨੂੰ ਆਪਣੀ ਵਾਹ ਵਡਿਆਈ ਹੈ। ਦੇਖੋ, ਇਹ ਬਾਣੀ ਹੈ, ਤੁਸੀਂ ਦੇਖ ਰਹੇ ਹੋ, ਇਹ ਬਾਣੀ ਹੈ ਲਿਖੀ ਵੀ ਇੱਕ 13ਵੇਂ ਪੰਥ ਵਾਲੇ ਨੇ। ਮੈਨੂੰ ਵੀ ਇਹਨਾਂ ਨੇ ਫਸਾਇਆ, ਭਰਮਾਇਆ ਅਤੇ ਇੱਕਦਮ ਝੂਠ ਕੂੜ ਗਿਆਨ ਦੇ ਕੇ ਗਿਆਨ ਦਿੱਤਾ। ਕਿਹੜਾ? ਬਾਣੀਆਂ ਸੰਤਾਂ ਮਹਾਂਪੁਰਖਾਂ ਦੀਆਂ, ਜਿਨ੍ਹਾਂ ਨੂੰ ਸੁਣ ਕੇ ਹਰ ਇੱਕ ਬੰਦਾ ਸੱਚ ਮੰਨ ਲੈਂਦਾ, ਹਰ ਇੱਕ ਸੱਚ ਸਮਝ ਲੈਂਦਾ। ਕਿਉਂਕਿ ਕਬੀਰ ਜੀ ਬਾਣੀ ਦੇ ਅੰਦਰ ਉਹ ਕਰਸ਼ਿਤ ਹੈ, ਰਵਿਦਾਸ ਜੀ ਮਹਾਰਾਜ ਜੀ ਦੀ ਬਾਣੀ ਦੇ ਅੰਦਰ ਉਹ ਕਰਸ਼ਿਤ ਹੈ, ਨਾਨਕ ਜੀ ਮਹਾਰਾਜ ਜੀ ਦੀ ਮਹਾਂਪੁਰਖਾਂ ਦੀਆਂ ਬਾਣੀਆਂ ਦੇ ਅੰਦਰ ਕਸ਼ਿਸ਼ ਹੈ, ਜੋ ਕਿ ਸਾਨੂੰ ਇੱਕਦਮ ਮੋਹ ਲੈਂਦੀ ਆ। ਫਿਰ ਇਹਨਾਂ ਨੇ ਉਹ ਬਾਣੀਆਂ ਸੁਣਾ ਕੇ ਜਿਹੜਾ ਨਾਮ ਦੇਣਾ, ਉਹ ਗਿਆਨ ਨਾਮ ਦੇਣਾ, ਉਹ ਗਲਤ ਦੇਣਾ। ਹੁਣ ਵੀ ਲੋਕਾਂ ਨੂੰ, ਭੋਲੇ ਭਾਲੇ ਜੀਵਾਂ ਨੂੰ ਭਰਮਾ ਰਹੇ ਨੇ। ਅਤੇ ਕੀ ਲਿਖਦੇ ਨੇ? ਵੀ ਮਦਨ ਤੋਂ ਬਗੈਰ ਕੋਈ ਪਾਰ ਹੀ ਨਹੀਂ ਹੋ ਸਕਦਾ। ਪੰਥ ਦਾ ਨਾਮ ਰੱਖਤਾ 13ਵਾਂ, ਵੀ 13ਵੇਂ ਪੰਥ 'ਤੇ ਬੜਾ ਕੋਈ ਪੰਥ ਹੀ ਨਹੀਂ। ਔਰ ਆਪਣੇ ਆਪ ਬਾਣੀਆਂ ਬਣਾ ਕੇ ਲਿਖਦੀਆਂ ਵੀ 13ਵੇਂ ਪੰਥ 'ਚ ਆਏਗਾ, ਉਹੀ ਸਾਰੇ ਜਗਤ ਨੂੰ ਤਾਰੇਗਾ। ਅਰੇ ਪਰਮਾਤਮਾ ਦਾ ਏਕ ਪੰਥ ਹੈ, ਆਦਿ ਅਨਾਦਿ ਇੱਕੋ ਪੰਥ ਹੈ, ਨਾ ਉੱਕ ਗਿਆ ਨਾ ਕੋਈ ਆਉਂਦਾ ਹੈ, ਉਹ ਸਦਾ ਹੀ ਅਮਰ ਪਰਮੇਸ਼ਰ ਆ, ਅਜੂਨੀ ਹੈ ਉਹ ਪਰਮੇਸ਼ਰ। ਅਤੇ ਇਹਨਾਂ ਨੇ ਕਿਹਾ ਕਿ ਸਾਡਾ 13ਵਾਂ ਪੰਥ ਹੁਣ ਚੱਲ ਗਿਆ। ਔਰ ਕੀ ਕਹਿੰਦੇ? ਇੱਕ ਜਗ੍ਹਾ ਲਿਖਿਆ ਗੁਰੂ ਗ੍ਰੰਥ ਸਾਹਿਬ ਜੀ, ਮਦਨ ਚੋਰ ਜਿਹਨੇ ਮਾਰੀ ਮੱਤ ਹਰ ਲਈ, ਜਿਹਨੇ ਮਾਰੀ ਮੱਤ ਹਰ ਲਈ, ਜਿਸਨੇ ਮਾਰੀ ਮੱਤ ਹਰ ਲਈ। ਇਹ ਲਿਖਿਆ, ਇਹ ਸਾਫ਼ ਲਿਖਿਆ, ਇਹ ਲਿਖਿਆ ਇੱਥੇ, ਇਹ ਬਾਣੀ ਹੈ। ਇਸ ਤਨ ਮਨ ਮਦੇ ਮਦਨ ਚੋਰ, ਜਿਨ ਗਿਆਨ ਰਤਨ ਹਰ ਲੀਨੀ ਮੋਰ, ਜਿਹਨੇ ਮੇਰਾ ਗਿਆਨ ਰਤਨ ਹਰ ਲਿਆ। ਇਹ ਮਦਨ ਚੋਰ ਹੈ, ਮਦਨ ਚੋਰ ਕਿਹਾ। ਅਤੇ ਇਹ ਆਪਣੀ ਬਾਣੀ ਸਿੱਧ ਸਪਸ਼ਟ ਕਰ ਰਹੇ ਨੇ, ਆਪਣੀ ਬਾਣੀ ਸਪਸ਼ਟ ਕਰ ਰਹੇ ਨੇ, ਲੋਕਾਂ ਨੂੰ ਦਿਖਾ ਕੇ। ਕੀ ਦਿਖਾ ਰਹੇ ਨੇ? ਕਿ ਹਾਂ ਜੀ ਮਦਨ ਜੀ ਆ ਗਿਆ। ਮਦਨ ਜੀ ਕੇ ਬਾਰੇ ਪਹਿਲੇ ਹੀ ਕਬੀਰ ਸਾਹਿਬ ਨੇ ਲਿਖਿਆ ਹੋਇਆ, पहले ही कबीर साहब ने मदन जी के बारे में लिखा होया कि मदन जी आएगा और मदन किसके पंथ में चलेगा, उसके अंदर मैं आऊँगा। और ये तो कह नहीं भी मैं भरमाऊँगा, मैं लोगों को पार करूँगा, मैं 2020 में पंथ चलाऊँगा। इतना यानी कि दुनिया को बेवकूफ़ बना रखा, इतना दुनिया को बेवकूफ़ बनाया होया। सो दोस्तों, इन्हां की बेवकूफ़ी तो बचो। मेरे दोस्त ने ये इसकी व्याख्या करके पाई है, तो आप ध्यान नाल सुनो, आन बड़े प्रेम पूर्वक नाल सुनो। वाहिगुरु जी का खालसा, वाहिगुरु जी की फतेह। जी, आपने जो ये वाणी डाली है, वेद पुराण कुरान, आगे लिखा है किताब में, यहाँ पे किताबा नहीं लिखा हुआ। अगर किताबा लिखा होता ना
तो होता कि ते बा, तो को ला की मात्रा होती और व को आ की मात्रा होती, तब किताबा बनता। यहाँ पे लिखा किताबें, किताबें। इससे आभास होता है कि ये वाणी बाद में एंटर की गई है, कबीर जी के जाने के बाद एंटर की हुई वाणी है ये। क्योंकि वेद पुराण कुरान, इनको ये किताबें लिख रहे हैं, किताबें, वो किताबें नहीं कहते हैं। किताबा बेशक से कहीं पे कहा हो, लेकिन किताबें उन्होंने कहीं पे ऐसा नहीं कहा। ये तो ग्रंथ हैं। किताबों में होता है माया का ज्ञान, ग्रंथों में होता है आत्मज्ञान। ग्रंथों के हम सत्कार करते हैं, किताबों का सत्कार कहाँ करते हैं हम? किताबों का सत्कार तो नहीं करते हम। यूज़ करने के बाद रूढ़ी पे फेंक देते हैं। क्या वाणी को में से फेंक देते हैं? नहीं फेंक सकते। कबीर जी की वाणी का सत्कार उतना ही है जितना कबीर जी का है, क्योंकि आज कबीर जी के बाद उनकी वाणी तो है हमारे पास, उसी में से हमने कबीर जी के दर्शन करने हैं। वाणी तो कराएगी। तो ग्रंथों का सत्कार होता है। यहाँ पे इन्होंने किताबें लिखा हुआ है, तो ये थोड़ा सा आभास होता है कि ये वाणी बाद में लिखी गई है। चलो जैसा भी है, उन्होंने पूछा है ना आपसे, तो वेद पुराण कुरान किताबें कोट जन्म करोड़ों जन्म पढ़ बुझे मदन बिना। वेद पुराण कुरान किताबें कोट जन्म पढ़ बुझे मदन बिना। मदन कहते हैं अहंकार को। अहंकार का भाव अर्थ होता है मदन और काम वासना। वेद पुराण कुरान किताबें कोट जन्म पढ़ बुझे मदन बिना। अहंकार के बिना, काम वासना के बिना इनको पढ़कर बूझना चाहिए, समझना चाहिए, तब इनमें से कोई समझ आती है। वरना इनमें इसमें से पता क्या समझ आएगी? अगर वो अर्थ लगा लेना इसके, तो वो पता क्या करेंगे? मदन के बिना कोई पार नहीं हो सकता जी। अभी इसके अर्थ तो ये भी हो सकते हैं कि वेद पुराण कुरान किताबें कोट जन्म पढ़ बुझे मदन बिना। मदन के बिना समझ में आएंगे। अगर बूझने वाली जो बात है ना, वो मदन के बिना, अहंकार के बिना समझ में आएगी। वरना अगर अहंकार सर पे चढ़ गया तो क्या होगा? फिर खुद ही गुरु बन के बैठ जाएंगे। फिर सतगुरु के पास जाने की बात नहीं करेंगे, फिर खुद ही गुरु बन के बैठ जाएंगे। सतगुरु के आद नाम नहीं सूझे, दया सतगुरु के आद नाम नहीं सूझे। सतगुरु की दया के बिना आद नाम नहीं सूझ सकता, किसी को समझ नहीं आ सकती उसकी। दया सतगुरु के आद नाम नहीं सूझे। जो अंदर का है ना तुम्हारे, वही तुम्हारा सतगुरु है। उसकी दया के बिना आद नाम के समझ नहीं आ सकती तुम्हें, कितना मर्जी लगे रहो। अब ये तो हो गए हमारे अर्थ, जो अर्थ ये करते हैं ना टेढ़े मेढ़े। अब उसके हिसाब से तो वेद पुराण कुरान किताबें कोट जन्म पढ़ बुझे, वो कहते हैं करोड़ों जन्म पढ़ पढ़ कर बूझी। अगर ये वाणी कबीर जी की है, ये कहते हैं, तो ये किस बिना पे कहते हैं? जो कहते हैं कबीर जी परमेश्वर हैं, कबीर जी शब्द रूप हैं, वो तो कह रहे हैं कि मैंने वेद पुराण कुरान किताबें कोट जन्म पढ़ बुझे, कि करोड़ों जन्म पढ़ के बूझनी चाहिए ये। तो कबीर जी का मतलब जन्म करोड़ों बार हुआ, इसका मतलब वो जन्म ले चुके हैं। तो परमेश्वर तो जन्म नहीं लेता, वो तो अजूनी होता है। फिर ये किस वेश पे कहते हैं कि कबीर जी परमेश्वर हैं? कबीर जी भक्त हैं, भक्ति रहेंगे। और भक्त की पदवी संसार में सबसे ऊंची है। पंडित सूर छत्रपति राजा, भक्त बराबर और ना कोई। भक्त के बराबर कोई नहीं होता संसार में, भक्त सबसे बड़ा होता है। जानबूझ के उनको कुछ ना कुछ बनाए जा रहे हैं, अपनी दुकानें के लिए कर रहे हैं। तो इसके अर्थ तो भाई ये भी हो सकते हैं जो हमने किए हैं, अगर गलत। सो दोस्तों, इन्होंने अपने अर्थ बना रखे अपने हिसाब से। क्यों? मदन की ग्रंथ पंथ में चले गए, तो जो मदन ने कहा वो सही है। अरे कबीर साहब, नानक जी, रविदास जी, उन्होंने क्या खोल के दिया? वो क्या है? मदन जी ने सिर्फ जोगियों वाली साधना की है, सिर पे ध्यान लगवाया, और जो खुद तुम लगाते भी हो, खुद लगाते भी और लोगों को देते भी हो, और फिर उस ज्ञान के लिए औरों को बोलना कि बताना भी नहीं है, और देव गुरु को मानते भी हो, उसके सिर में फूल भी रखते हो, फिर रखवाते भी हो, हार भी पहनते हो, अपने भी पहनते हो, और गुरु बनने के चक्कर में लगे हुए भी हो, और गुरु का खंडन किया। यो अब देखो, अब हमारे साथ
बाबा धर्म सिंह जी हैं, जो कि इस चीज़ का पूरा खोल के खुलासा कर रहे हैं कि गलत ज्ञान जेड़ा ज्ञान है ये गलत है बिल्कुल, और गुरु की कोई लोड़ नहीं है। क्योंकि गुरु ग्रंथ साहब ने, कबीर साहब ने, नानक रविदास ने गुरु ਨੂੰ खंडन किया दे गुरु ਨੂੰ। गुरु तो अंतर में है। तो आप आओ इनसे भी सुनो और इन ऑडियो सुनो, ये साफ साफ सारा क्लियर कर रहे हैं। ਉਹਦਾ ਸਾਡੇ ਭਾਈ ਵਿਸ਼ਾ ਹੀ ਇਹ ਹੈ ਵਾਲੀ ਜੈਗਮਨ ਇੱਕ ਕੀ ਹੈ, ਇੱਕ ਤੋਂ ਹੀ ਸ਼ੁਰੂ ਹੁੰਦੀ ਹੈ ਸਾਡੇ ਹਾਂ ਸਾਰੀ ਗੱਲ ਇੱਕ ਤੇ ਸ਼ੁਰੂ ਹੈ, ਇੱਕ ਤੇ ਹੀ ਆ ਕੇ ਖਤਮ ਹੋਣੀ ਹੈ। ਇੱਕ ਤੇ ਹੀ ਆ ਕੇ ਖਤਮ ਹੋਣੀ ਹੈ ਜੀ। ਆਦ ਇੱਕ ਹੈ, ਅਵਤਾਰਾ ਅੰਤ ਵੀ ਇੱਕ ਹੈ। ਅੰਤ ਵੀ ਇੱਕ ਹੈ। ਆਦ ਅੰਤ ਇੱਕ ਹੁੰਦਾ, ਇੱਕ ਤੇ ਹੀ ਆ ਕੇ ਸ਼ੁਰੂ ਹੋਣੀ ਹੈ, ਇੱਕ ਤੇ ਹੀ ਅੰਤ ਹੋਣਾ। ਹਾਂ ਕੋਈ ਗੁਰੂ ਸਮਝੇ ਹੋਣਾ ਹਮਾਰਾ। ਇਹ ਗੱਲ ਕਰ ਦੇ ਆਦ ਅੰਤ ਹਾਂ ਵੀ ਆਦ ਅੰਤ ਤੇ ਗਿਆ, ਉਹੀ ਹੈ। ਹਾਂ ਉਹੀ ਹੈ ਜੀ। ਵਿਚਾਲੇ ਵਿਚਾਲੇ ਦੋ ਦੇ ਦਾਲ ਹੈ, ਦਾਲ ਹੈ। ਹਾਂ ਵਿਚਾਲੇ ਵਿਚਾਲੇ ਦਾਲ ਹੈ, ਵਿਚਾਲੇ ਵਿਚਾਲੇ ਦਾਲ ਹੈ। ਜਿੰਨਾ ਚਿਰ ਸੰਸਾਰ ਹੈ ਉਹਨਾਂ ਚਿਰ ਦਾਲ ਹੈ। ਹਾਂ ਦਾਲ ਹੈ। ਜਦ ਸੰਸਾਰ ਨਹੀਂ ਫਿਰ ਇੱਕੋ ਹੀ ਇੱਕ ਹੈ। ਫਿਰ ਕੋਈ ਹੈ। ਮਗਰ ਸਾਡੇ ਤਾਂ ਵਿਸ਼ਾ ਹੀ ਇਹੀ ਹੈ ਭਾਈ। ਹਾਂ ਆਦਾਂ ਤੇ ਕਿਆ ਤਾਰਾ ਸੋਈ ਗੁਰੂ ਸਮਝੋ ਹਮਾਰਾ। ਉਹ ਜਿਹੜਾ ਇੱਕ ਨੂੰ ਬਿਆਨ ਕਰ ਦੇਵੇ ਆਦਾਂ ਤਾਲੇ ਇੱਕ ਨੂੰ, ਉਹੀ ਗੁਰੂ ਹੈ ਸਾਡਾ। ਉਹ ਗਿਆਨ ਹੈ, ਗੁਰੂ ਹੈ। ਗਿਆਨ ਹੈ ਗੁਰੂ ਹੈ ਜੀ। ਜਿਹੜਾ ਚਾਨਣ ਕਰ ਦੇਵੇ ਇੱਕ ਦਾ, ਉਹ ਗਿਆਨ ਗੁਰੂ ਹੈ। ਹਾਂ ਚਾਨਣ ਕਰਦਾ ਇੱਕ। ਆਦਮੀ ਗੁਰੂ ਨੇ, ਗਿਆਨ ਗੁਰੂ ਹੈ। ਗਿਆਨ ਗੁਰੂ ਹੈ ਜੀ। ਆਦਮੀ ਸਾਰੇ ਕੋਈ ਨਾ, ਬ੍ਰਹਮ ਨੇ ਸਾਰੇ। ਸਾਰੀ ਵਰਨਾ ਜਿਹੜਾ ਇੱਕ ਸਮਝ ਗਿਆ ਪੂਰਨ ਬ੍ਰਹਮ ਹੋ ਗਿਆ, ਉਹ ਵੀ ਸਾਡੇ ਵਰਗਾ ਹੀ ਹੋ ਗਿਆ। ਹਾਂ ਬਿਲਕੁਲ। ਜਿਹਨੇ ਇੱਕ ਜਨਾਇਆ ਔਰ ਜਿਹਨੇ ਇੱਕ ਜਾਣਿਆ। ਜਾਣਿਆ ਜਾਣਿਆ ਵਾਲਾ, ਜਾਣਨ ਵਾਲਾ ਜਾਣਨ ਵਾਲੇ ਦੇ ਬਰਾਬਰ ਹੋ ਗਿਆ। ਬਰਾਬਰ ਹੋ ਗਿਆ ਜੀ। ਜੇ ਜਾਣਿਆ ਤਾਂ ਤੁਸੀਂ ਜਿਹੜਾ ਜਾਣਨ ਵਾਲੇ ਵਰਗਾ ਹੀ ਹੋ। ਹਾਂ ਜਾਣ ਵਾਲੇ। ਮੈਂ ਤੁਹਾਨੂੰ ਆਪਣੇ ਵਰਗਾ ਕਰਨਾ। ਠੀਕ ਹੈ ਜੀ। ਤੇਰੇ ਜੀ ਵਾਹਿਗੁਰੂ। ਤੁਸੀਂ ਬਣਨਾ ਨਹੀਂ ਬਣਨਾ ਤੁਹਾਡੀ ਮਰਜ਼ੀ ਹੈ। ਬਿਲਕੁਲ ਆਪਾਂ ਤਾਂ ਤਿਆਰ ਬੈਠੇ ਤਿਆਰ ਹੈ ਜੀ, ਤਿਆਰ ਹੈ। ਕਰਮ ਦਫਾ ਜੇ ਮੇਰੀ ਇਮਾਨਦਾਰੀ ਜਿੱਥੇ ਫਰਕ ਹੈ ਮੈਨੂੰ ਦੱਸ ਦਿਓ। ਬਹੁਤ ਟਾਈਮ ਹੋ ਗਿਆ ਜੀ ਭੜਕਦਿਆਂ ਨੂੰ। ਬਹੁਤੇ ਯੁੱਗ ਹੋ ਗਏ। ਹਾਂ ਪਹਿਲਾਂ ਤਾਂ ਪਤਾ ਨਹੀਂ ਕਿੰਨੇ ਕੁ ਯੁੱਗ ਹੋ ਗਏ, ਉਦੋਂ ਮੈਨੂੰ ਪਤਾ ਨਹੀਂ, ਪਰ ਇੱਕੀ ਬਹੁਤ ਟਾਈਮ ਹੋ ਗਿਆ। ਮੇਰੀ ਗੱਲ ਜਿਹੜੀ ਹੈ ਉਹ ਸੁਣੋ। ਹਾਂਜੀ ਜਿੱਥੇ ਮੇਰੇ 'ਚ ਬੇਈਮਾਨੀ ਆਈ ਉਹ ਦੱਸਿਓ ਮੈਨੂੰ। ਹਾਂਜੀ ਹਾਂਜੀ ਵੀ ਬਰਾਬਰ ਨਹੀਂ ਬਣਾਉਂਦਾ। ਹਾਂ ਨਾ ਨਾ ਠੀਕ ਹੈ ਠੀਕ ਹੈ ਜੀ। ਹਾਂ ਲਿਖੋ ਗਏ। ਸ਼ਾਇਦ ਮੇਰੇ 'ਚ ਵੀ ਕਿਤੇ ਕਮੀ ਹੋਵੇ। ਨਾ ਨਾ ਸਾਰੀ ਮਾ ਨਹੀਂ ਕਮੀ ਹੋ ਸਕਦੀ। ਉਹ ਮੇਰੀ ਕਮੀ ਤਾਂ ਮੈਨੂੰ ਨਹੀਂ ਨਾ ਪਤਾ, ਆਪਣੀ ਕਮੀ ਦਾ ਆਪ ਨੂੰ ਪਤਾ ਨਹੀਂ ਹੁੰਦਾ। ਦੱਸ ਦੇਗੇ ਜੀ, ਜੇ ਹੋਈ ਮੈਂ ਤੁਹਾਨੂੰ ਦੱਸ ਵੀ ਨਹੀਂ ਹੁੰਦੇ। ਦੱਸ ਦੇਗੇ। ਦੂਸਰਾ ਹੋਏ ਤਾਂ ਸੋਝੀ ਪਾਏ। ਹਾਂ ਠੀਕ ਹੈ ਜੀ। ਦੂਆ ਹੋਏ ਆਪਣੀ ਕਮੀ ਦਾ ਪਤਾ ਲੱਗੇ। ਹਾਂ ਆਪਣੀ ਕਮੀ ਦਾ ਆਪ ਨੂੰ ਪਤਾ ਹੁੰਦਾ ਹੀ ਨਹੀਂ। ਹਾਂ ਸਮਝਿਆ ਜੀ? ਠੀਕ ਹੈ ਜੀ। ਆਏ ਕਬੀਰ ਕਹਿੰਦਾ ਨਿੰਦੋ 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 ਲੋਗੋ ਲੋਗ ਨਿੰਦੋ ਨਿੰਦੋ। ਹਾਂ ਨਿੰਦਾ ਜਨ ਕੋ ਖਰੀ ਪਿਆਰੀ। ਖਰੀ ਪਿਆਰੀ। ਉਹ ਮੇਰੀ ਕਮੀ ਨੂੰ ਦੱਸੋ, ਮੇਰਾ ਕੀ ਮੇਰਾ ਨੁਕਸਾਨ ਕੀ ਕਰਦਾ? ਮੇਰੀ ਕਮੀ ਦੱਸਣ ਵਾਲਾ ਮੇਰਾ ਨੁਕਸਾਨ ਕਰਦਾ। ਤੁਹਾਡੀ ਬਾਬਾ ਜੀ ਕਮੀ ਹੈ, ਤੁਸੀਂ ਲੋਕਾਂ ਦਾ ਚੱਕਦਾ। ਅੱਤੇ ਚੱਕਦੇ ਇਹ ਕਮੀ ਹੈ, ਤੁਸੀਂ ਲੋਕਾਂ ਦਾ ਨਾ ਉਹ ਧੋਤਾ ਦੁਕਾਨਾਂ ਬੰਦ ਕਰਾ ਦੋ। ਝੂਠੇ ਗਿਆ, ਝੂਠੇ ਕੇ ਦੁਕਾਨਦਾਰੀ ਮੈਂ ਕਿਉਂ ਕਹਾਂ ਮੇਰੀ ਨਿੰਦਿਆ ਨਾ ਕਰੋ। ਹਾਂ ਕਰੋ ਨਿੰਦੋ। ਫਿਰ ਉਹ ਕਹਿੰਦੇ ਨੇ ਨਿੰਦਕ ਸੋਚੋ ਨਿੰਦਾ ਹੋ ਰਿਹਾ ਹੈ। ਜਿਹੜਾ ਆਪਣੀ ਨਿੰਦਿਆ ਨੂੰ ਮਨਾ ਕਰਦਾ ਕਰਦੇ ਉਹ ਖੁਦ ਨਿੰਦਕ ਹੈ। ਉਹ ਖੁਦ ਨਿੰਦਕ ਹੈ। ਹਾਂ ਠੀਕ ਹੈ ਜੀ। ਨਿੰਦਕ ਹਮਾਰਾ ਜੀਵਨ ਲੋੜ ਹੈ। ਜੀਵਨ ਨਿੰਦਕ ਮੈਨੂੰ ਦੱਸਦਾ ਤੇਰੀ ਚਾ ਕਮੀ ਹੈ, ਸਾ ਜੀਵਨ ਐ ਮਿਲੂ, ਐ ਮਿਲਣਾ ਨਹੀਂ। ਨਿੰਦਕ ਮੇਰਾ ਭਲਾ ਕਰਦਾ, ਬੁਰਾ ਕਰਦਾ? ਭਲਾ ਕਰਦਾ ਜੀ। ਭਲਾ ਕਰਦਾ। ਹਾਂ ਭਲਾ ਕਰਦਾ। ਇਹਨਾਂ ਨੂੰ ਚੋਰਾਂ ਨੂੰ ਖੋਰਾਂ ਨੂੰ ਬੁਰਾ ਲੱਗਦਾ। ਠੀਕ ਹੈ ਜੀ, ਠੀਕ ਹੈ, ਬਿਲਕੁਲ ਠੀਕ। ਲੱਖ ਰੁਪਏ ਕੀ ਬਾਤ ਹੈ।
ਹਾਂ ਇਹਨਾਂ ਨੂੰ ਬੁਰਾ ਲੱਗਾ ਜੀ। ਬੁਰਾ ਜੇ ਲੱਗਦਾ ਹੈ ਹਾਂ ਨਾ ਚੋਰ ਹੋ ਤੁਸੀਂ। ਚੋਰ ਹੈ, ਹਾਂ ਹਰਾਮ ਖੋਰ ਹੈ। ਬਾਬਾ ਜੀ ਅਸੀਂ ਜਿਸ ਨਾਲ ਲੱਗੇ ਸੀ ਨਾ, ਜਿਸ ਨਾਲ ਲੱਗੇ ਸੀ ਨਾ, ਉਹਨੇ ਪੂਰੇ ਵਰਲਡ ਦੇ ਅੰਦਰ ਪ੍ਰਚਾਰ ਫੈਲਾ ਦਿਆ ਦਾ। ਉਹ ਸਮਾਧੀਆਂ ਲਵਾਉਂਦਾ, ਸਿਰ ਦੇ ਉੱਪਰ ਕਹਿੰਦਾ 10ਵਾਂ ਦੁਆਰ ਉੱਪਰ ਹੈ। ਜਦ ਅਸੀਂ ਇਹ ਸਤਸੰਗ ਤੁਹਾਡੇ ਵਾਲੇ ਸੁਣੇ ਤੇ ਹੁਣ ਆਪਾਂ ਉਹਦਾ ਭਾਂਡਾ ਫੋੜਤਾ। ਹਾਂ ਭਾਂਡਾ ਫੋੜਤਾ ਤੇ ਚਾਹ ਚਾਹ ਕਰ ਰਿਹਾ। ਉਹ ਕਹਿੰਦਾ ਵੀ ਤੂੰ ਬੇਪਾਗਲ ਹੋ ਗਏ, ਕਿੱਥੇ ਚਲੇ ਗਏ, ਨੰਗਾ ਕੋਲ ਫਲਾਣਾ ਕੋਲ। ਮੈਂ ਕਿਹਾ ਸੱਚ ਤਾਂ ਰਿਹਾ, ਸੁਣ ਲਿਆ, ਤੈਨੂੰ ਵੀ ਭੇਜਤੀਆਂ। ਬਾਬਾ ਨਸਰੀ ਉਹਨੂੰ ਭੇਜਤੀ ਸੱਟ ਪੂਰਾ ਚੱਕ ਕੇ। ਮੈਂ ਸੁਣ ਲਿਆ, ਸਮਝ ਜਾਂਦਾ ਇਹਦਾ। ਅੱਛਾ ਹੁਣ ਉਹ ਕਹਿੰਦਾ ਇਹ ਕਰਦਾ ਜੀ, ਮੇਰਾ ਗਿਆਨ ਕੋਲ ਤਾਂ ਆਪਾਂ ਉਹਦਾ ਜਿਹੜਾ ਬੋਲਦਾ ਸੀ ਨਾ, ਸਿਰ ਤੇ ਧਿਆਨ ਰੱਖਣਾ ਵੀ ਇੱਥੇ 10ਵਾਂ ਦੁਆਰ ਹੈ ਉੱਪਰ, ਏਕ ਤੀਗੀ ਧੁਨ ਆ ਰਹੀ ਆ, ਉਸ ਤੋਂ ਬਾਅਦ ਆ ਰਹੀ ਕਹਿੰਦਾ ਗ੍ਰਿਜਾਲੀ ਧੁਨ ਆ ਰਹੀ ਆ, ਉਸ ਤੋਂ ਉੱਪਰ ਧੁਨ ਵੱਜ ਰਹੀ ਆ। ਕਹਿੰਦਾ ਇਹੀ ਸਾਰ ਨਾਮ ਹੈ, ਇਹੀ ਸਾਰ ਸ਼ਬਦ ਹੈ। ਉਹ ਤਾਂ ਕਹਿੰਦਾ ਸੀ ਇਹ ਸਤਿਗੁਰੂ ਚ ਵਿਚਰਨਾ ਸੀ। ਹਾਂ ਉਹਨੂੰ ਇਹ ਕਹਿ ਵੀ ਜਿਹੜਾ ਸ਼ੈਤਾਨ ਦਾ ਚਰਖਾ ਹੈ ਉਹ ਕਿੱਥੇ ਹੈ? ਸ਼ੈਤਾਨ ਦਾ ਚਰਖਾ ਦਾ ਕਿੱਥੇ? ਹਾਂ ਉਹ ਜਿਹੜਾ ਤੂੰ 10 ਵਾਰ ਕਹਿੰਦਾ ਉੱਥੇ ਸ਼ੈਤਾਨ ਦਾ ਚਰਖਾ, ਉਹ ਸ਼ੈਤਾਨ ਦਾ ਚਰਖਾ। ਦਿਮਾਗ ਸ਼ੈਤਾਨ ਦਾ ਚਰਖਾ ਹੈ। ਸ਼ੈਤਾਨ ਗੇਵਦਾ ਇੱਥੇ ਮੰਦਾ ਬਾਸ ਹੈ ਸ਼ੈਤਾਨ ਦਾ। ਹਾਂ ਇੱਥੋਂ ਮਰਕੀਆਂ ਮੱਕੀਆਂ ਪੈਦਾ ਹੋਈਆਂ ਨੇ। ਠੀਕ ਹੈ ਜੀ। ਮਰਕੀਆਂ ਮੱਕੀਆਂ ਆਪਾਂ ਕਹਿੰਦੇ ਫਲਾਨੇ ਦੇ ਦਿਮਾਗ ਦੀ ਉਪਜ ਹੈ। ਹਾਂ ਦਿਮਾਗ ਕੀ ਉਪਜੇ ਜੀ? ਦਿਲ ਦੀ ਉਪਜ ਤਾਂ ਕਹਿੰਦਾ ਨਹੀਂ, ਨਾ 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 ਦਿਮਾਗ ਦੀ ਉਪਜ ਕਹਿੰਦੇ। ਹਾਂਜੀ ਉਹਦਾ ਦੁਆਰ ਹੈ ਉਹ। ਇਹ ਇਹਨਾਂ ਨੇ ਦਸਮ ਦੁਆਰ ਦੀ ਉਪਜ ਤਾਂ ਗੁਰਬਾਣੀ ਹੈ। ਸਿੱਖਾਂ ਨੇ ਸੋ ਦੋਸਤੋ 10ਵੇਂ ਦੁਆਰ ਦੇ ਵਿੱਚੋਂ ਇਹ ਗੁਰਬਾਣੀ ਪ੍ਰਗਟ ਹੋਈ ਹੈ। ਇਹਨਾਂ ਨੇ ਸਿਰ ਦੇ ਉੱਤੇ 10ਵਾਂ ਦੁਆਰ ਬਣਾਇਆ ਅਤੇ ਸ਼ਬਦ ਭੇਜ ਕੇ ਹਾਲੇ ਵੀ ਕਹਿੰਦੇ ਹੈ ਕਿ ਮਦਨ ਨੇ ਸਾਰੀ ਸ੍ਰਿਸ਼ਟੀ ਚਲਾਉਣੀ ਹੈ, 1000 ਤੱਕ ਕਾ ਸਾਜੁਗ ਲੈਣਾ ਹੈ। ਅਰੇ ਕਬੀਰ ਸਾਹਿਬ, ਨਾਨਕ ਜੀ, ਰਵਿਦਾਸ ਜੀ, ਨਾ ਐਸੇ ਮਹਾਂਪੁਰਖਾਂ ਨੇ 10ਵੇਂ ਪਾਤਸ਼ਾਹ ਵਰਗੇ ਪੂਰੇ ਕੇ ਪੂਰੇ ਪਰਿਵਾਰ ਕੁਰਬਾਨੀਆਂ ਦੇ ਕੇ ਚਲੇ ਗਏ। ਉਹਨਾਂ ਦਾ ਕਿਤੇ ਨਾਮ ਨਹੀਂ ਆ ਰਿਹਾ ਅਤੇ ਆਪਣੇ ਇੱਕ ਮਦਨ ਨੂੰ ਲੈ ਕੇ ਬੈਠਾ, ਜਿਸ ਕੇ ਬਾਰੇ ਮੈਂ ਸਾਫ਼ ਲਿਖਿਆ ਵੀ ਇਹ ਚੋਰ ਹੈ, ਇਹ ਚੋਰ ਹੈ, ਮਦਨ ਚੋਰ ਹੈ। ਤਾਂ ਉਸ ਨੂੰ ਕਹਿੰਦਾ 13ਵਾਂ ਪੰਥ ਉਹਦਾ ਚੱਲੇਗਾ, ਉਹਦਾ ਸਾਜੁਗ ਚਲਾਏਗਾ। भाई बहुत हो गया ये संत मत के साथ मजाक बहुत हो गया। परमात्मा सबके पास है, किसी दे गुरु की ज़रूरत नहीं। और हमने 50 साल गाड़ दिए आप जैसे लोगों के पीछे लग के, दे गुरुओं के पीछे लग के। अब और नहीं, क्योंकि अब सारी जनता जाग रही है, समझ रही है और वाणियों के साथ छेड़ाखानी कर रहे हैं, जो कबीर जी की वाणी के साथ उल्टे अर्थ कढ़ रहे हैं। जब कि लिखे है मदन चोर, कह रहे मदन आएगा फिर वो पार करेगा, उसके दया बगैर तरेंगे नहीं। अरे वो तो जोगी था, जोगी की दया से कौन तर सकता है? तांत्रिक था वो, तांत्रिक की दया से कौन तर सकता है? तो अपने आप को सुधारो, समझो, क्योंकि परमात्मा का जो मार है, जो डंडा है, वो ऐसा पड़ेगा। कबीर जम का ठहंगा बुरा है, वो नहीं सह जाए, फिर वो जम का ठहंगा सह नहीं जाता। तो मेरी तो ये बेनती है कि इंसान जन्म मिले बड़ा औखा मिलता है, इसके अंदर जीवां नूं फसाओ ना, और जीवां पर दया करो, रहम करो, सच के मार्ग पर लगो, आप भी लगो, होरां नूं भी लाओ। जिस तरह आप अनेकां गुरु कर करके सच्चे मार्ग ते चल रहे हैं, इस तरह प्रेरणा करते हैं कि सारिਆਂ ਨੂੰ कि सच की खोज करो, सच की तलाश करो, सच नूं ਲੱਭੋ और सच नाल जुड़ो। सच्चा कौन है? परमेश्वर, उसका एक नाम, एक झंडा, एक ज्ञान, एक समाधान, एक नाम, हर हम सारे उसके एक इंसान। एक नूर ते सब जग उपजा, कौन भले को मंदे, अव्वल अल्लाह नूर अपाया, कुदरत के सब बंदे। सो एक है, ना कोई 12वां पंथ है, ना कोई 13वां पंथ है, ना कोई 18वां 50वां पंथ है। सो दोस्तों इन्हां दा जिहड़ा अज्ञान है, इस नूं चंगी तरह भन्न के ख़त्म करके सच दे नाल जुड़िए। असल च सच है क्या? मेरी बात ना मनो, मैं भी आप जैसा ही हूँ। आप मनो कबीर, रविदास, नानक, नामदेव, धन्ना, ਤਰਲੋਚਨ, ਇਹਨਾਂ ਮਹਾਂਪੁਰਖਾਂ ਦੀਆਂ ਜੋ ਕਈਆਂ ਬਾਤਾਂ ਨੇ ਉਹਨਾਂ ਨੂੰ ਸੱਤ ਕਰਕੇ ਮੰਨੋ। ਸੋ ਦੋਸਤੋ ਨਮਸਕਾਰ। ਇਸ ਅਗਿਆਨਤਾ ਤੋਂ ਪਰਦਾ ਜਲਦੀ ਤੋਂ ਜਲਦੀ ਉਠਾਓ मेरी आप जी ਨੂੰ, क्योंकि मैं बहुत भरम चुकिया हूँ। सो दोस्तों मेरी आप जी ਨੂੰ ਬੇਨਤੀ है कि आप भी इस ਨਾਲ रल के विरोध ना करो, इस सच ਨੂੰ जानो, क्योंकि ਹੁਣ सतयुग लगन वाला है तो सतयुग का स्टार्ट है। तो एको पंथ है,
ਏਕ ਦੇ ਨਾਲ ਆਪਾਂ ਰਹਿਣਾ, ਇੱਕੋ ਨਾਲ ਮਿਲ ਕੇ ਸਾਡਾ ਉਤਾਰਾ ਹੋਣਾ, ਅਸੀਂ ਇੱਕ ਨਾਲ ਜੁੜਨਾ ਹੈ। ਨਮਸਕਾਰ ਦੋਸਤੋ।